ਤੁਹਾਨੂੰ ਕੀ ਲੱਗਦਾ ਕਿ ਜੋ ਐਡੀਆਂ ਕੁਰਸੀਆਂ ਤੇ ਬੈਠੇ ਨੇ, ਸਿਆਸੀ ਕੁਰਸੀਆਂ ਤੇ ਬੈਠੇ ਨੇ, ਸੰਵਿਧਾਨਿਕ ਅਹੁਦਿਆਂ ਤੇ ਬੈਠੇ ਨੇ, ਕਿ ਫਿਰ ਉਹਨਾਂ ਦੀ ਮਾਨਸਿਕਤਾ ਕੀ ਹੈ ਜੋ ਇਹੋ ਜਿਹੇ ਬਿਆਨ ਦਿੰਦੇ ਨੇ? ਉਹਨਾਂ ਨੂੰ ਇਹ ਕਿ ਜੇ ਲੜਕੀਆਂ ਇੰਨੀਆਂ ਆਜ਼ਾਦ ਹੋ ਜਾਣਗੀਆਂ, ਆਪਣੇ ਫੈਸਲੇ ਖੁਦ ਲੈਣਗੀਆਂ ਤੇ ਇਹ ਕੱਲ੍ਹ ਨੂੰ ਸਾਡੀਆਂ ਕੁਰਸੀਆਂ ਦੇ ਉੱਤੇ ਵੀ ਆਣ ਕੇ ਬੈਠਣਗੀਆਂ। ਤੇ ਇਹਨਾਂ ਨੂੰ ਸ਼ੁਰੂ ਤੋਂ ਰਿਹਾ ਹੈ ਕਿ ਜੇ ਸਿਆਸਤ ਕੁੜੀਆਂ ਦੇ ਹੱਥ ਵਿੱਚ ਆਉਂਦੀ ਆ ਤਾਂ ਅਸੀਂ ਪਿੱਛੇ ਹੋ ਜਾਵਾਂਗੇ, ਕਿਉਂਕਿ ਇੱਕ ਲੜਕੀ ਜੇ ਪੂਰਾ ਘਰ ਸੰਭਾਲ ਸਕਦੀ ਹੈ ਤਾਂ ਪੂਰਾ ਦੇਸ਼ ਵੀ ਪ੍ਰੋਪਰ ਤਰੀਕੇ ਨਾਲ ਸੰਭਾਲ ਸਕਦੀ ਹੈ। ਸਰਕਾਰਾਂ ਨੂੰ ਜੋ ਰਾਜ ਕਰ ਰਹੇ ਨੇ, ਮੁੱਖ ਮੰਤਰੀ ਨੇ, ਹੋਰ ਸੰਵਿਧਾਨਿਕ ਅਹੁਦੇ ਨੇ, ਉਹਨਾਂ ਨੂੰ ਆਹ ਨਹੀਂ ਦਿਖਦਾ ਕਿ ਪਾਰਲੀਮੈਂਟ ਦੇ ਵਿੱਚ ਕਿੰਨੇ ਦਾਗੀ ਨੇਤਾ ਬੈਠੇ ਨੇ। ਤੱਕ ਜਿੰਨੇ ਵੀ ਰੇਪ ਕੇਸਿਸ ਹੋਏ ਨੇ ਉਹਦੇ ਵਿੱਚ ਆਪਾਂ ਬਹੁਤ ਸਾਰਾ ਤੇ ਦੇਖਿਆ ਕਿ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਵਿੱਚ ਭਾਜਪਾ ਸਰਕਾਰ ਦੇ ਮੈਂਬਰਸ ਜਿਹੜੇ ਉਹ ਉਹਨਾਂ ਦਾ ਹੀ ਹੱਥ ਰਿਹਾ, ਚਾਹੇ ਉਹ ਛੋਟੀ ਬੱਚੀ ਦਾ ਹੋ ਜੇ, ਚਾਹੇ ਜੰਮੂ ਕਸ਼ਮੀਰ ਵਿੱਚ ਹੋਏ, ਕਿਤੇ ਵੀ ਕੋਈ ਵੀ ਰੇਪ ਕੇਸ ਹੁੰਦਾ ਹੈ ਉਹਦੇ ਵਿੱਚ ਸਾਨੂੰ ਲੀਡਰ ਜਾਂ ਉਹਨਾਂ ਦੇ ਨੁਮਾਇੰਦੇ ਜ਼ਿਆਦਾ ਵਿੱਚ ਦੇਖਣ ਨੂੰ ਮਿਲਦੇ ਆ। ਅਸਲ ਵਿੱਚ ਜਿਹੜੀ ਭਾਜਪਾ ਸਰਕਾਰ ਹੈ, ਬੀਜੇਪੀ ਹੈ, ਇਹ ਸ਼ੁਰੂ ਤੋਂ ਮਨੂ ਸਮ੍ਰਿਤੀ ਨੂੰ ਮੰਨਦੀ ਆ ਰਹੀ, ਜਿਸ ਵਿੱਚ ਔਰਤ ਨੂੰ ਜਿਹੜੇ ਇੱਕ ਪੈਰ ਦੀ ਜੁੱਤੀ ਸਮਝਿਆ ਗਿਆ। 2 ਮਹੀਨੇ ਦੀ ਲੜਕੀ ਨਾਲ ਰੇਪ ਹੁੰਦਾ, 6 ਮਹੀਨੇ ਦੀ ਲੜਕੀ ਨਾਲ ਰੇਪ ਹੁੰਦਾ ਤਾਂ ਉਹਦੇ ਕੱਪੜੇ ਕੀ ਆਪਾਂ ਦੇਖਦੇ ਹਾਂ, ਉਹਦੇ ਵਿੱਚ ਆਪਾਂ ਕਿਉਂ ਨਹੀਂ ਦੇਖਦੇ? ਕਿਉਂਕਿ ਆਪਾਂ ਤਾਂ ਉਹਨੂੰ ਪਿਆਰ ਕਰਦੇ ਹਾਂ ਨਾ। ਛੋਟੇ ਬੱਚੇ ਤੋਂ ਅਸੀਂ ਕੀ ਐਕਸੈਪਟ ਕਰਾਂਗੇ, ਕਿੱਦਾਂ ਦੇ ਕੱਪੜੇ ਹੋਣਗੇ ਉਹਦੇ? ਠੀਕ ਹੈ, ਤੇ ਇਹ ਕੌਣ ਹੁੰਦੇ ਆ? ਅਸੀਂ ਇਸ ਦੀ ਸਖਤ ਨਖੇਦੀ ਕਰਦੇ ਹਾਂ ਕਿ ਕਿਸੇ ਲੜਕੀ ਦੇ ਕੱਪੜਿਆਂ ਤੋਂ ਉਹਦੇ ਕਰੈਕਟਰ ਦੀ ਜਜਮੈਂਟ ਕਦੀ ਨਹੀਂ ਕੀਤੀ ਜਾ ਸਕਦੀ। ਇਹਨਾਂ ਦੀ ਜੋ ਮਾਨਸਿਕਤਾ ਇਹ ਦੇਸ਼ ਲਈ ਇੱਕ ਘਾਤਕ ਸਾਬਤ ਹੋ ਗਈ, ਸਿੱਧ ਹੋ ਗਈ। ਫਿਰ ਦੇਸ਼ ਦਾ ਹੱਲ ਕੀ ਹੈ? ਹੱਲ ਕਿਵੇਂ ਨਿਕਲ ਕੇ ਆ ਸਕਦਾ? ਕਿ ਆਪਾਂ ਮਿੱਠਾ ਜ਼ਹਿਰ ਦੇਣ ਲਈ ਕਿਸੇ ਨੂੰ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੇ ਸਿੱਧਾ ਸਮਾਜ ਨੂੰ ਕਹਾਂਗੇ, ਆਪਣੀ ਸਿੱਧੀ ਲਾਗੂ ਕਰਾਂਗੇ ਤਾਂ ਸਮਾਜ ਨੂੰ ਤਾਂ ਪਤਾ ਲੱਗ ਜਾਏਗਾ, ਆਮ ਜਨਤਾ ਨੂੰ। ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਰੋਕਣ ਦੇ ਲਈ ਵੀ ਤਾਂ ਕੁਛ ਨਾ ਕੁਛ ਕਰਨਾ ਨਾ, ਤੇ ਉਹ ਆਪਣੇ ਹੁੰਦਾ ਨਾ ਕਿ ਕਾਲੇ ਧਨ ਨੂੰ ਪਸਫੇਦ ਕਰਨ ਦੇ ਲਈ ਕੋਈ ਨਾ ਕੋਈ ਚੰਗਾ ਕੰਮ ਤਾਂ ਕਰਦੇ ਆ। ਇਹ ਕੌਣ ਹੁੰਦੇ ਨੇ ਕਿਸੇ ਕੁੜੀ ਨੂੰ ਉਹਦੇ ਕੱਪੜਿਆਂ ਤੋਂ ਜੱਜ ਕਰਨ ਵਾਲੇ? ਕਿਉਂਕਿ ਜੇ ਅਸੀਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੁੜੀ ਫੱਟੇ ਕੱਪੜੇ ਪਹਿਨਦੀ ਹੈ, ਮਤਲਬ ਫੱਟੀ ਹੋਈ ਜੀਨ ਪਹਿਨਦੀ, ਉਹਦਾ ਕਿਸੇ ਤਰੀਕੇ ਦੇ ਨਾਲ ਅੰਗ ਪ੍ਰਦਰਸ਼ਨ ਹੋ ਰਿਹਾ, ਇਹਨਾਂ ਦੇ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਉਹਨਾਂ ਦੇ ਜਿਹੜਾ ਅੰਗ ਪ੍ਰਦਰਸ਼ਨ ਹੋ ਰਿਹਾ ਉਹ ਤੋਂ ਜਿਹੜੇ ਮੁੰਡੇ ਅਟਰੈਕਟ ਹੁੰਦੇ ਨੇ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸਤਕਬਾਲ। ਮੈਂ ਤੁਹਾਡਾ ਆਪਣਾ ਅਜ਼ੀਜ਼ ਗੁਰਜਿੰਦਰ ਸਿੰਘ ਪੰਗ। ਪਿਛਲੇ ਦਿਨੀ ਉੱਤਰਾਖੰਡ ਦੇ ਨਵੇਂ ਬਣੇ ਸੀਐਮ ਵੱਲੋਂ ਬਿਆਨ ਦਿੱਤਾ ਗਿਆ ਸੀ ਕੁੜੀਆਂ ਦੇ ਪਹਿਰਾਵੇ ਲੈ ਕੇ, ਜੀਨ ਨੂੰ ਲੈ ਕੇ। ਲਗਾਤਾਰ ਸਿਆਸੀ ਆਗੂਆਂ ਵੱਲੋਂ, ਖਾਸ ਕਰਕੇ ਜੋ ਬੀਜੇਪੀ ਦੇ ਨੇ ਸੰਘ ਨਾਲ ਸੰਬੰਧਿਤ, ਉਹਨਾਂ ਵੱਲੋਂ ਖਾਸ ਕਰਕੇ ਕੁੜੀਆਂ ਦੇ ਕੱਪੜਿਆਂ ਨੂੰ ਲੈ ਕੇ ਅਲੱਗ-ਅਲੱਗ ਸਮੇਂ ਉੱਤੇ ਅਲੱਗ-ਅਲੱਗ ਬਿਆਨ ਦਿੱਤੇ ਜਾਂਦੇ ਰਹੇ ਨੇ। ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਮੈਂ ਜਹਾਜ਼ ਦੇ ਵਿੱਚ ਬੈਠਾ ਸੀ, ਮੇਰੇ ਨਾਲ ਆ ਕੇ ਇੱਕ ਲੜਕੀ ਬੈਠੀ। ਪਹਿਲਾਂ ਮੈਂ ਉਸ ਵੱਲ ਦੇਖਿਆ, ਉਸਦੇ ਬੁੱਟਾਂ ਵੱਲ ਦੇਖਿਆ। ਉਸ ਤੋਂ ਇਲਾਵਾ ਜਦੋਂ ਫਿਰ ਮੈਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਅਤੇ ਦੇਖਿਆ ਕਿ ਉਹਦੇ ਜੋ ਜੀਨਸ ਪਾਈ ਹੋਈ ਸੀ, ਪੈਂਟ ਪਾਈ ਹੋਈ ਸੀ, ਉਹਦੇ ਗੋਡੇ ਫਟੇ ਹੋਏ ਸੀ। ਹਾਲਾਂਕਿ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ, ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਲੜਕੀ ਵੱਲ ਦੇਖਿਆ, ਉਹਦੇ ਬੁੱਟਾਂ ਵੱਲ ਦੇਖਿਆ, ਉਹਦੀ ਜੀਨਸ ਵੱਲ ਦੇਖਿਆ ਅਤੇ ਗੋਡੇ ਫਟੇ ਹੋਏ ਸੀ। ਜਦੋਂ ਮੈਂ ਗੱਲ ਕਰਨੀ ਚਾਹੀ ਤਾਂ ਪਤਾ ਲੱਗਿਆ ਕਿ ਕੁੜੀ ਦਾ ਪਤੀ JNU ਦੇ ਵਿੱਚ ਪ੍ਰੋਫੈਸਰ ਹੈ। ਤਾਂ ਮੈਨੂੰ ਲੱਗਿਆ ਕਿ ਵੀ ਜਿਸ ਲੜਕੀ ਦਾ ਘਰ ਵਾਲਾ ਪ੍ਰੋਫੈਸਰ ਹੈ JNU ਦੇ ਵਿੱਚ, 2 ਬੱਚੇ ਵੀ ਨਾਲ ਨੇ, ਪਤਾ ਲੱਗਿਆ ਕਿ ਮੈਨੂੰ ਕਿ ਉਹ NGO ਚਲਾਉਂਦੀ ਹੈ, ਕੀ ਉਹ ਸਮਾਜ ਨੂੰ ਸੰਸਕਾਰ ਦਿੰਦੀ ਹੋਊਗੀ। ਖੈਰ ਇਹ ਗੱਲਾਂ 'ਤੇ ਸਵਾਲ ਸ਼ੰਕੇ ਖੜੇ ਹੁੰਦੇ ਨੇ ਕਿ ਪਹਿਰਾਵੇ ਤੋਂ ਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਸੰਸਕਾਰ ਕਿਹੋ ਜਿਹੇ ਸੰਸਕਾਰ ਹੋਣਗੇ। ਇਹ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ, ਨਿੱਜੀ ਵਿਚਾਰ ਹੋ ਸਕਦੇ ਨੇ, ਅਤੇ ਇਸੇ ਗੱਲ ਨੂੰ ਲੈ ਕੇ ਹੀ ਸੋਸ਼ਲ ਮੀਡੀਆ ਉੱਤੇ ਹੈਸ਼ਟੈਗ ਚੱਲੇ ਨੇ। ਅਲੱਗ-ਅਲੱਗ ਕੁੜੀਆਂ ਦੀ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਗੁਲਪਨਾਗ ਵੱਲੋਂ ਟੈਗ ਕੀਤਾ ਗਿਆ ਇਸ ਨੂੰ ਲੈ ਕੇ, ਸ਼ਿਵ ਸੈਨਾ ਦੇ ਮੈਂਬਰ ਨੇ, ਸੰਸਦ ਮੈਂਬਰ ਨੇ, ਉਹਨਾਂ ਵੱਲੋਂ ਟੈਗ ਕੀਤਾ ਗਿਆ। ਹਾਲਾਂਕਿ ਕਿਸੇ ਨੇ ਵੀ ਇਸ ਘਟਨਾ ਨੂੰ ਚੰਗਾ ਨਹੀਂ ਕਿਹਾ, ਹਰ ਇੱਕ ਨੇ ਨਿਖੇਧੀ ਕੀਤੀ ਹੈ। ਅਤੇ ਇਸ ਨੂੰ ਲੈ ਕੇ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਡਿਪਾਰਟਮੈਂਟ ਦੀ ਨੌਜਵਾਨ ਕੁੜੀ ਸਾਡੇ ਨਾਲ ਹੈ, ਵਿਦਿਆਰਥੀ ਆਗੂ ਹੈ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ, ਜਥੇਬੰਦੀ ਬਾਰੇ ਜਾਣਕਾਰੀ ਦਿਓ। ਮੇਰਾ ਨਾਮ ਅਲਕਾ ਹੈ। ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵਿੱਚ MA ਪੰਜਾਬੀ ਸੈਕੰਡ ਈਅਰ ਦੀ ਸਟੂਡੈਂਟ ਹਾਂ, ਅਤੇ ਮੈਂ PRS ਜਥੇਬੰਦੀ ਵਿੱਚ ਕੰਮ ਕਰਦੀ ਹਾਂ। ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਜਥੇਬੰਦੀ ਹੈ ਸਾਡੀ, ਉਹਦੇ ਵਿੱਚ ਮੈਂ ਲੰਮੇ ਸਮੇਂ ਤੋਂ ਕੰਮ ਕਰ ਰਹੀ ਹਾਂ ਇੱਥੇ। ਜਿਵੇਂ ਤੀਰਥ ਸਿੰਘ ਰਾਵਤ ਵੱਲੋਂ ਉੱਤਰਾਖੰਡ ਦੇ ਜੋ ਨਵੇਂ ਬਣੇ CM ਨੇ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ। ਬਿਆਨ ਹਾਲਾਂਕਿ ਮੰਦਭਾਗਾ, ਸਮਾਜ ਦੇ ਵਿੱਚ ਫਿੱਟ ਨਹੀਂ ਬਿਆਨ ਬੈਠਦਾ ਹੈਗਾ, ਤਾਂ ਤੁਸੀਂ ਉਸ 'ਤੇ ਕੀ ਟਿੱਪਣੀ ਕਰਨੀ ਚਾਹੋਗੇ? ਅਸੀਂ ਤਾਂ ਇਹਦੀ ਸਖਤ ਨਿਖੇਧੀ ਕਰਦੇ ਹਾਂ, ਕਿਉਂਕਿ ਇਹ ਕੌਣ ਹੁੰਦੇ ਨੇ ਕਿਸੇ ਕੁੜੀ ਨੂੰ ਉਹਦੇ ਕੱਪੜਿਆਂ ਤੋਂ ਜੱਜ ਕਰਨ ਵਾਲੇ? ਕਿਉਂਕਿ ਜੇ ਅਸੀਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੁੜੀ ਫੱਟੇ ਕੱਪੜੇ ਪਹਿਨਦੀ ਹੈ, ਮਤਲਬ ਫੱਟੀ ਹੋਈ ਜੀਨ ਪਹਿਨਦੀ, ਉਹਦਾ ਕਿਸੇ ਤਰੀਕੇ ਦੇ ਨਾਲ ਅੰਗ ਪ੍ਰਦਰਸ਼ਨ ਹੋ ਰਿਹਾ, ਇਹਨਾਂ ਦੇ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਉਹਨਾਂ ਦੇ ਜਿਹੜਾ ਅੰਗ ਪ੍ਰਦਰਸ਼ਨ ਹੋ ਰਿਹਾ ਉਹ ਤੋਂ ਜਿਹੜੇ ਮੁੰਡੇ ਅਟਰੈਕਟ ਹੁੰਦੇ ਨੇ। ਕੁੜੀਆਂ ਜਿਹੜੀਆਂ ਮੁੰਡਿਆਂ ਨੂੰ ਅਟਰੈਕਟ ਕਰਨ ਦੇ ਲਈ ਜੀਨਸ ਪਾਉਂਦੀਆਂ ਨੇ। ਤਾਂ ਫਿਰ ਇੱਥੇ ਇਹਨਾਂ ਨੇ ਇਹ ਚੀਜ਼ ਗੱਲ ਕਿਉਂ ਨਹੀਂ ਸੋਚੀ ਕਿ ਜਦੋਂ ਮੁੰਡੇ ਕੈਪਰੀ ਪਾਉਂਦੇ ਨੇ, ਕੁੜੀਆਂ ਨੂੰ ਵੇਖ ਕੇ ਕੋਈ ਫੀਲਿੰਗ ਨਹੀਂ ਆਉਂਦੀ,
ਜਿਹੜੀ ਇਹ ਮਾਨਸਿਕਤਾ ਹੈ ਅਸਲ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਬੀਜੇਪੀ ਹੈ, ਇਹ ਸ਼ੁਰੂ ਤੋਂ ਮਨੂ ਸਮ੍ਰਿਤੀ ਨੂੰ ਮੰਨਦੀ ਆ ਰਹੀ, ਜਿਸ ਵਿੱਚ ਔਰਤ ਨੂੰ ਜਿਹੜੇ ਇੱਕ ਪੈਰ ਦੀ ਜੁੱਤੀ ਸਮਝਿਆ ਗਿਆ, ਇਹ ਉਹਨੂੰ ਹੀ ਫੋਲੋ ਕਰਦੀ ਆ ਰਹੀ ਹੈ। ਇਹਨਾਂ ਦੀ ਜਿਹੜੀ ਸ਼ੁਰੂ ਤੋਂ ਜਿਹੜੀ ਮਾਨਸਿਕਤਾ ਔਰਤ ਨੂੰ ਲੈ ਕੇ ਜਿਹੜੀ ਹੈ ਉਹ ਡਿੱਗੀ ਹੀ ਰਹੀ, ਗਿਰਾਵਟ ਵਿੱਚ ਹੀ ਰਹੀ ਹੈ। ਅਸੀਂ ਤਾਂ ਇਸ ਚੀਜ਼ ਦੀ ਪੂਰੇ ਤੌਰ 'ਤੇ ਨਿਖੇਧੀ ਕਰਦੇ ਹਾਂ ਕਿ ਕਿਸੇ ਕੁੜੀ ਦੇ ਕਰੈਕਟਰ ਨੂੰ ਜੱਜ ਕਰਨ ਦੇ ਲਈ ਉਹਦੇ ਕੱਪੜੇ ਜ਼ਰੂਰੀ ਨਹੀਂ ਹੈ। ਕੱਪੜਿਆਂ ਤੋਂ ਅਸੀਂ ਕਿਸੇ ਵੀ ਚੀਜ਼ ਦਾ ਕਰੈਕਟਰ ਜੱਜ ਨਹੀਂ ਕਰ ਸਕਦੇ। ਅਸੀਂ ਕਿੱਦਾਂ ਕਹਿ ਸਕਦੇ ਕਿ ਜੇ ਲੜਕੇ ਫੁੱਲ ਕੱਪੜੇ ਪਾ ਰਹੇ ਆ ਤਾਂ ਉਹ ਸਹੀ ਹੀ ਹੋਣਗੇ, ਕਿਉਂਕਿ ਹੁਣ ਜਿਹੜੇ ਰੇਪ ਹੋ ਰਹੇ ਨੇ, ਜਿਹੜਾ 2 ਮਹੀਨੇ ਦੀ ਲੜਕੀ ਨਾਲ ਰੇਪ ਹੁੰਦਾ, 6 ਮਹੀਨੇ ਦੀ ਲੜਕੀ ਨਾਲ ਰੇਪ ਹੁੰਦਾ, ਤਾਂ ਉਹਦੇ ਕੱਪੜੇ ਕੀ ਆਪਾਂ ਦੇਖਦੇ ਹਾਂ, ਉਹਦੇ ਵਿੱਚ ਆਪਾਂ ਕਿਉਂ ਨਹੀਂ ਦੇਖਦੇ? ਕਿਉਂਕਿ ਆਪਾਂ ਤਾਂ ਉਹਨੂੰ ਪਿਆਰ ਕਰਦੇ ਹਾਂ ਨਾ। ਛੋਟੇ ਬੱਚੇ ਤੋਂ ਅਸੀਂ ਕੀ ਐਕਸੈਪਟ ਕਰਾਂਗੇ, ਕਿੱਦਾਂ ਦੇ ਕੱਪੜੇ ਹੋਣਗੇ ਉਹਦੇ, ਠੀਕ ਹੈ। ਅਤੇ ਇਹ ਕੌਣ ਹੁੰਦੇ ਆ? ਅਸੀਂ ਇਸ ਦੀ ਸਖਤ ਨਿਖੇਧੀ ਕਰਦੇ ਹਾਂ ਕਿ ਕਿਸੇ ਲੜਕੀ ਦੇ ਕੱਪੜਿਆਂ ਤੋਂ ਉਹਦੇ ਕਰੈਕਟਰ ਦੀ ਜਜਮੈਂਟ ਕਦੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਹਰ ਕੋਈ ਮਾਡਲ ਸਮਾਜ ਵਿੱਚ ਅਸੀਂ ਜਾ ਰਹੇ ਹਾਂ, ਆਧੁਨਿਕ ਸਮਾਜ ਦੀ ਹੀ ਗੱਲ ਕਰਦੇ ਹਾਂ, ਜਦੋਂ ਜਿੱਥੇ ਕੁੜੀਆਂ ਪੜ੍ਹ ਲਿਖ ਗਈਆਂ ਨੇ, ਸਭ ਕੁਛ ਆਪਣੀ ਆਜ਼ਾਦੀ ਨਾਲ ਉਹਨਾਂ ਨੇ ਇਸ ਚੀਜ਼ ਹਾਸਿਲ ਕੀਤੀ ਹੈ। ਅਤੇ ਉਹਦੇ ਵਿੱਚ ਉਹਦੇ ਕੱਪੜਿਆਂ ਤੋਂ ਲੈ ਕੇ ਉਹਦੇ ਸੰਬੰਧੀ ਕਿਸੇ ਵੀ ਤਰੀਕੇ ਦੀ ਕਰੈਕਟਰਾਈਜ਼ ਕਰਨਾ, ਉਸ ਨੂੰ ਜੱਜ ਕਰਨਾ, ਇਸ ਤਰ੍ਹਾਂ ਅਸਲ ਗਲਤ ਆ, ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਇਸ ਚੀਜ਼ ਨੂੰ ਲੈ ਕੇ। ਜਿਵੇਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਅਤੇ ਅਗਵਾਈ ਵੀ ਕਰਦੇ ਹੋ ਬੱਚਿਆਂ ਦੀ, ਤੁਹਾਨੂੰ ਕੀ ਲੱਗਦਾ ਕਿ ਜੋ ਐਡੀਆਂ ਕੁਰਸੀਆਂ 'ਤੇ ਬੈਠੇ ਨੇ, ਸਿਆਸੀ ਕੁਰਸੀਆਂ 'ਤੇ ਬੈਠੇ ਨੇ, ਸੰਵਿਧਾਨਿਕ ਅਹੁਦਿਆਂ 'ਤੇ ਬੈਠੇ ਨੇ, ਕਿ ਫਿਰ ਉਹਨਾਂ ਦੀ ਮਾਨਸਿਕਤਾ ਕੀ ਹੈ ਜੋ ਇਹੋ ਜਿਹੇ ਬਿਆਨ ਦਿੰਦੇ ਨੇ? ਇਹਦੇ ਵਿੱਚ ਸਾਫ਼ ਉਹਨਾਂ ਦੀ ਮਾਨਸਿਕਤਾ ਨਜ਼ਰ ਆਉਂਦੀ ਹੈ ਕਿ ਜਿਹੜੇ ਉਹ ਔਰਤਾਂ ਪ੍ਰਤੀ ਆਪਣੀ ਕੀ ਸੋਚ ਰੱਖਦੇ ਨੇ। ਕਿਉਂਕਿ ਜਿਹੜੇ ਅਸੀਂ ਜੇ ਸਿਆਸੀ ਕੁਰਸੀਆਂ 'ਤੇ ਬੈਠੇ ਹੋਣ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਇਹ ਕਿ ਜੇ ਲੜਕੀਆਂ ਇੰਨੀਆਂ ਆਜ਼ਾਦ ਹੋ ਜਾਣਗੀਆਂ, ਆਪਣੇ ਫੈਸਲੇ ਖੁਦ ਲੈਣਗੀਆਂ, ਅਤੇ ਇਹ ਕੱਲ੍ਹ ਨੂੰ ਸਾਡੀਆਂ ਕੁਰਸੀਆਂ ਦੇ ਉੱਤੇ ਵੀ ਆਣ ਕੇ ਬੈਠਣਗੀਆਂ। ਅਤੇ ਇਹਨਾਂ ਨੂੰ ਸ਼ੁਰੂ ਤੋਂ ਰਿਹਾ ਹੈ ਕਿ ਜੇ ਸਿਆਸਤ ਕੁੜੀਆਂ ਦੇ ਹੱਥ ਵਿੱਚ ਆਉਂਦੀ ਆ ਤਾਂ ਅਸੀਂ ਪਿੱਛੇ ਹੋ ਜਾਵਾਂਗੇ, ਕਿਉਂਕਿ ਇੱਕ ਲੜਕੀ ਜੇ ਪੂਰਾ ਘਰ ਸੰਭਾਲ ਸਕਦੀ ਹੈ ਤਾਂ ਪੂਰਾ ਦੇਸ਼ ਵੀ ਪ੍ਰੋਪਰ ਤਰੀਕੇ ਨਾਲ ਸੰਭਾਲ ਸਕਦੀ ਹੈ। ਬਟ ਇਹ ਆਪਣੀ ਕੁਰਸੀਆਂ ਤੋਂ ਬੈਠੇ ਹੋਏ ਸਿਆਸਤੀ ਬੰਦੇ ਜਿਹੜੇ ਆ, ਆਮ ਜਨਤਾ ਦੇ ਵਿੱਚ ਖਾਸ ਕਰਕੇ ਇੱਦਾਂ ਦੇ ਬਿਆਨ ਦੇ ਕੇ ਜਿਹੜੀ ਹੈ ਜਨਤਾ ਨੂੰ ਭਰਮਾਉਣ ਦੀ, ਜਿਹੜੇ ਪੜ੍ਹੇ ਲਿਖੇ ਨਹੀਂ ਆ ਜਾਂ ਜਿਹੜੇ ਜ਼ਿਆਦਾ ਜਿਹੜੀ ਇਹਨਾਂ ਦੀ ਗੱਲਾਂ ਨੂੰ ਮੰਨਦੇ ਨੇ, ਆਪਣਾ ਮੋਲ ਜਾਂ ਮਾਡਲ ਮੰਨਦੇ ਨੇ ਆਪਣੇ ਸਿਆਸੀ ਆਗੂਆਂ ਨੂੰ, ਉਹਨਾਂ ਨੂੰ ਹੁੰਦਾ ਕਿ ਜੋ ਚੀਜ਼ ਅਸੀਂ ਕਹਿ ਦਾਂਗੇ ਆਮ ਜਨਤਾ ਨੇ ਤਾਂ ਮੰਨ ਲੈਣੀ ਹੈ। ਅਤੇ ਉਹਦੇ ਵਿੱਚ ਉਹ ਉਸ ਚੀਜ਼ ਨੂੰ, ਔਰਤ ਨੂੰ ਉਸ ਘੇਰੇ ਦੇ ਵਿੱਚ ਹੀ ਰੱਖਣ ਲਈ ਕਿ ਜਿਹੜੀ ਔਰਤ ਹੈ ਸਿਰਫ 4 ਦੀਵਾਰੀ ਦੇ ਵਿੱਚ ਹੀ ਕੈਦ ਰਹੇ, ਇਹਨੂੰ ਕਿਤੇ ਬਾਹਰ ਦੀ ਸਮਝ ਨਾ ਆ ਜਾਏ, ਉਹ ਤਦ ਇੱਦਾਂ ਦੇ ਬਿਆਨ ਜਿਹੜੇ ਆ ਆਪਣੀ ਸਿਆਸਤੀ ਕੁਰਸੀਆਂ ਤੋਂ ਦਿੰਦੇ ਨੇ, ਤਾਂ ਜੋ ਜਿਹੜੀ ਔਰਤ ਜਿਹੜੀ ਉਹ ਆਪਣੇ ਘਰ ਤੋਂ ਬਾਹਰ ਨਾ ਨਿਕਲ ਸਕੇ। ਜਿਹੜੀ ਮਾਨਸਿਕਤਾ ਆ, ਜਿਹੜੀ ਲੋਕਾਂ ਦੀ ਮਾਨਸਿਕਤਾ ਹੈ, ਉਹਨਾਂ ਦੇ ਪਰਿਵਾਰ ਦੀ ਆ, ਉਹਨਾਂ ਦੇ ਪਿਓ ਦੀ ਆ, ਜਾਂ ਉਹਦੇ ਭਰਾ ਦੀ ਆ, ਜਾਂ ਉਹਦੇ ਪਤੀ ਦੀ ਮਾਨਸਿਕਤਾ, ਉਹ ਉਹਦੇ 'ਤੇ ਅਸਲ ਵਿੱਚ ਚੋਟ ਕਰਨ ਦੀ ਕੋਸ਼ਿਸ਼ ਕਰਦੇ, ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਕਿ ਜੇ ਅੱਜ ਇਹਨਾਂ ਦੇ ਵਿਚਾਰ ਆਜ਼ਾਦ ਹੋ ਜਾਣਗੇ, ਜੇ ਅਸੀਂ ਇੱਥੋਂ ਬੈਠੇ ਕੁਛ ਨਹੀਂ ਕਰਾਂਗੇ, ਤਾਂ ਇਹ ਤਾਂ ਸਾਰੇ ਜਿਹੜੇ ਔਰਤ ਨੂੰ ਆਜ਼ਾਦੀ ਦੇਣਗੇ, ਔਰਤ ਬਾਹਰ ਆਏਗੀ ਤਾਂ ਸਾਡੀਆਂ ਕੁਰਸੀਆਂ ਨੂੰ ਵੀ ਖਤਰਾ ਹੋਵੇਗਾ। ਯਾਨੀ ਕਿ ਜੋ ਚੱਲਿਆ ਆਉਂਦਾ ਸ਼ੁਰੂ ਤੋਂ ਕਿ ਮਰਦ ਪ੍ਰਧਾਨ ਸਮਾਜ ਹੈ, ਕਿਤੇ ਹੱਥੋਂ ਖੁੱਸ ਨਾ ਜਾਵੇ। ਹਾਂਜੀ, ਮੇਨ ਚੀਜ਼ ਤਾਂ ਇਹੀ ਹੈ ਨਾ ਕਿ ਮਰਦ ਪ੍ਰਧਾਨ ਸਮਾਜ ਵਿੱਚ ਉਹਨੂੰ ਆਪਣੀ ਜਿਹੜੀ ਮਰਦਾਨਗੀ ਆ, ਜਿਹੜੀ ਉਹਦੀ ਜਿਹੜਾ ਕਬਜ਼ ਆ ਸਮਾਜ ਦੇ ਉੱਤੇ ਬਣਿਆ, ਉਹ ਸਿਆਸਤ 'ਤੇ ਬਣਿਆ ਹੋਇਆ, ਕਿਤੇ ਨਾ ਕਿਤੇ ਉਹਨੂੰ ਖੁੱਸ ਜਾਣ ਦਾ ਉਹਦਾ ਡਰ ਆ ਕਿ ਜੇ ਇਹ ਚੀਜ਼ ਹੋ ਗਈ ਤਾਂ ਸਾਡਾ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਟੁੱਟ ਜੂਗਾ। ਜਿਹੜਾ ਅਸੀਂ ਇੱਥੇ ਮਰਦਾਨਗੀ ਅਸੀਂ ਜਤਾਉਂਦੇ ਹਾਂ, ਆਪਣਾ ਕੁੜੀਆਂ ਦੇ ਉੱਤੇ ਆਪਣਾ ਰੋਹਬ ਜਤਾਉਂਦੇ ਹਾਂ, ਉਹਦੇ ਉੱਤੇ ਖਤਰਾ ਹੋ ਜਾਏਗਾ। ਕੁੜੀਆਂ ਕਿਉਂਕਿ ਸਮਝ ਜਾਣਗੀਆਂ, ਪੜ੍ਹ ਜਾਣਗੀਆਂ, ਆਪਣੇ ਫੈਸਲੇ ਖੁਦ ਲੈਣਗੀਆਂ, ਅਤੇ ਸਾਡੇ ਜਿਹੜਾ ਮਰਦ ਪ੍ਰਧਾਨ ਸਮਾਜ ਜਿਹਦੇ ਵਿੱਚ ਆਪਾਂ ਹੈਕਰ 'ਚ ਰਹਿੰਦੇ ਹਾਂ ਕਿ ਹੀ ਮਰਦ ਹਾਂ ਅਤੇ ਅਸੀਂ ਸਾਡੀ ਜਿਹੜੀ ਔਰਤ 'ਤੇ ਕਾਬਜ਼ ਆ, ਔਰਤ ਸਾਡੀ ਅਧੀਨ ਆ, ਫਿਰ ਔਰਤ ਜਿਹੜੀ ਅਧੀਨ ਨਾ ਰਹਿ ਕੇ ਜਿਹੜੀ ਸਾਡੇ ਬਰਾਬਰ ਤੇ ਆਣ ਖੜੀ ਹੋਵੇਗੀ। ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਮਰਦ ਪ੍ਰਧਾਨ ਸਮਾਜ ਵਾਲੀ ਸੋਚ ਆ ਉਹ ਇਹਨਾਂ ਦੇ ਆੜੇ ਆਉਂਦੀ ਹੈ। ਕਿਤੇ ਨਾ ਕਿਤੇ ਆਹ ਵੀ ਹੁੰਦਾ ਕਿ ਜਦੋਂ ਸੰਵਿਧਾਨਿਕ ਐਡੀ ਕੁਰਸੀ 'ਤੇ ਤੁਸੀਂ ਬੈਠੇ ਹੋ ਤਾਂ ਤੁਹਾਨੂੰ ਜੋ ਤੁਹਾਡੇ ਨਾਗਰਿਕ ਨੇ, ਜੋ ਤੁਹਾਡੇ ਵੋਟਰ ਨੇ, ਉਹਨਾਂ ਬਾਰੇ ਤਾਂ ਤੁਸੀਂ ਆਹ ਸੋਚ ਰੱਖਦੇ ਹੋ, ਉਹਨਾਂ 'ਤੇ ਚਲੋ ਤੁਸੀਂ ਇੱਕ ਕਮੀਆਂ ਕੱਢ ਕੇ ਦੇਖਦੇ ਹੋ, ਉਹਨਾਂ ਦੇ ਮੁਤਾਬਕ ਇਹ ਇੱਕ ਕਮੀ ਹੈ। ਪਰ ਸਰਕਾਰਾਂ ਨੂੰ ਜੋ ਰਾਜ ਕਰ ਰਹੇ ਨੇ, ਮੁੱਖ ਮੰਤਰੀ ਨੇ, ਹੋਰ ਸੰਵਿਧਾਨਿਕ ਅਹੁਦੇ ਨੇ, ਉਹਨਾਂ ਨੂੰ ਆਹ ਨਹੀਂ ਦਿਖਦਾ ਕਿ ਪਾਰਲੀਮੈਂਟ ਦੇ ਵਿੱਚ ਕਿੰਨੇ ਦਾਗੀ ਨੇਤਾ ਬੈਠੇ ਨੇ। ਹਾਂਜੀ, ਇਹੀ ਚੀਜ਼ ਆ ਨਾ ਕਿ ਬੰਦੇ ਨੂੰ ਉਹ ਚੀਜ਼ ਦੇਖਣ ਦੀ ਜਗ੍ਹਾ 'ਤੇ ਮਤਲਬ ਸੋਚ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਉਹ ਸੋਚ ਉਹ ਉਹਨਾਂ 'ਤੇ ਹਾਵੀ ਰਹਿੰਦੀ ਹੈ, ਉਹ ਚੀਜ਼ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ। ਕਿਉਂਕਿ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਪਾਰਲੀਮੈਂਟ ਵਿੱਚ ਵੀ ਕਾਫੀ ਔਰਤਾਂ ਅੱਗੇ ਆ ਰਹੀਆਂ ਨੇ, ਪਰ ਆਪਾਂ ਜਦੋਂ ਦੇਖਦੇ ਹਾਂ ਕਿ ਉਹ ਜਿਹੜੇ ਕਿਤੇ ਨਾ ਕਿਤੇ ਪਛਾਣ ਰਹਿੰਦੀਆਂ ਨੇ ਆਪਣੇ ਬਿਆਨ ਦੇਣ ਦੇ ਵਿੱਚ, ਚਾਹੇ ਕਿਸੇ ਵੀ ਐਕਟੀਵਿਟੀ ਵਿੱਚ ਅੱਗੇ ਆਉਣ ਤੋਂ ਜਿਹੜੇ ਆ ਝਿਜਕ ਮਹਿਸੂਸ ਕਰਦੀਆਂ ਨੇ। ਮਤਲਬ ਕਿ ਜਿੱਥੇ ਇਹ ਦੇਖਿਆ ਜਾਈਏ ਤਾਂ ਜਿਹੜੀ ਸੰਵਿਧਾਨ ਦੇ ਵਿੱਚ ਜਾਂ ਪਾਰਲੀਮੈਂਟ ਬੈਠੀਆਂ ਹੋਈਆਂ ਔਰਤਾਂ ਵੀ ਉਹ ਕਿਤੇ ਨਾ ਕਿਤੇ ਆਪਣੇ ਪਰਿਵਾਰ ਦੀ ਜਿਹੜੀ ਪ੍ਰਤੀਨਿਧਤਾ ਕਰਦੀਆਂ ਨੇ, ਜਿਹੜੀਆਂ ਮਤਲਬ ਉਹਨਾਂ ਦੇ ਜਿਹੜੇ ਮਤਲਬ ਚਾਹੇ ਪ੍ਰਤੀਨਿਧ ਨੇ, ਮਰਦ ਨੇ, ਉਹਨਾਂ ਦੀ ਕਰਦੀਆਂ ਨੇ ਕਿ ਆਪਾਂ ਸੀਟ ਲੈ ਰਹੀ ਹੈ ਬਸ, ਅਤੇ ਪ੍ਰਤੀਨਿਧਤਾ ਅਸੀਂ ਉਹਨਾਂ ਦੀ ਕਰਨੀ ਹੈ, ਉਹਨਾਂ ਦੀ ਮੰਨਣੀ ਹੈ। ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਜਾਗਰੂਕਤਾ ਕਰਨ ਦੀ ਲੋੜ ਹੈਗੀ ਆ, ਉਹਨਾਂ ਨੂੰ ਵੀ ਆਪਣੇ ਪ੍ਰਤੀ ਜਾਣਨ ਦੀ ਲੋੜ ਆ ਕਿ ਜੇ ਅਸੀਂ ਇਸ ਚੀਜ਼ 'ਤੇ ਬੈਠੇ ਹੋਏ ਹਾਂ ਤਾਂ ਅਸੀਂ ਆਪਣੇ ਹੱਕਾਂ ਦਾ ਇਸਤੇਮਾਲ ਕਰੀਏ। ਪਰ ਕਿ ਅਸੀਂ ਅਸਲ 'ਚ ਦੇਖਦੇ ਹਾਂ ਕਿ
ਔਰਤ ਤਾਂ ਪ੍ਰਤੀਨਿਧ ਕਰ ਰਹੀ ਹੁੰਦੀ ਹੈ, ਬਟ ਜਿਹੜੀ ਉਹਦੇ ਪਿੱਛੇ ਸੋਚ ਚੱਲ ਰਹੀ ਹੁੰਦੀ, ਜਿਹੜੇ ਕੰਮ ਚੱਲ ਰਹੇ ਹੁੰਦੇ, ਕਿਤੇ ਨਾ ਕਿਤੇ ਉਸ ਮਰਦ ਦੇ ਹੀ ਅੱਗੇ ਆ ਰਹੇ ਹੁੰਦੇ ਨੇ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਟੀ ਬਚਾਓ ਬੇਟੀ ਬਚਾਓ ਤੇ ਪੜ੍ਹਾਓ ਦਾ ਬਚਾਓ ਦਾ ਨਾਅਰਾ ਦਿੱਤਾ ਜਾਂਦਾ, ਪਰ ਕਿਤੇ ਨਾ ਕਿਤੇ ਫਿਰ ਜਦੋਂ ਦੇਸ਼ ਦੇ ਅਹੁਦਿਆਂ 'ਤੇ, ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਦੇਸ਼ ਦੇ ਅਹੁਦਿਆਂ 'ਤੇ ਐਡੇ ਲੋਕ ਬਿਰਾਜਮਾਨ ਨੇ, ਇਹਨਾਂ ਦੀ ਜੋ ਮਾਨਸਿਕਤਾ ਇਹ ਦੇਸ਼ ਲਈ ਇੱਕ ਘਾਤਕ ਸਾਬਤ ਹੋ ਗਈ, ਸਿੱਧ ਹੋ ਗਈ। ਫਿਰ ਦੇਸ਼ ਦਾ ਹੱਲ ਕੀ ਹੈ? ਹੱਲ ਕਿਵੇਂ ਨਿਕਲ ਕੇ ਆ ਸਕਦਾ? ਦੇਖੇ ਮਤਲਬ ਇਹ ਤਾਂ ਉਹੀ ਚੀਜ਼ ਹੋ ਗਈ ਨਾ ਕਿ ਆਪਾਂ ਮਿੱਠਾ ਜ਼ਹਿਰ ਦੇਣ ਲਈ ਕਿਸੇ ਨੂੰ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਜੇ ਸਿੱਧਾ ਸਮਾਜ ਨੂੰ ਕਹਾਂਗੇ, ਆਪਣੀ ਸਿੱਧੀ ਲਾਗੂ ਕਰਾਂਗੇ ਤਾਂ ਸਮਾਜ ਨੂੰ ਤਾਂ ਪਤਾ ਲੱਗ ਜਾਏਗਾ, ਆਮ ਜਨਤਾ ਨੂੰ। ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਰੋਕਣ ਦੇ ਲਈ ਵੀ ਤਾਂ ਕੁਛ ਨਾ ਕੁਛ ਕਰਨਾ ਨਾ, ਤੇ ਉਹ ਆਪਣੇ ਹੁੰਦਾ ਨਾ ਕਿ ਕਾਲੇ ਧਨ ਨੂੰ ਪਸਫੇਦ ਕਰਨ ਦੇ ਲਈ ਕੋਈ ਨਾ ਕੋਈ ਚੰਗਾ ਕੰਮ ਤਾਂ ਕਰਦੇ ਆ। ਬਟ ਇਹਦੀ ਇੱਕੋ ਇੱਕ ਚੀਜ਼ ਆ ਵੀ ਲੋਕ ਜਿਹੜੇ ਆ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ, ਇਸ ਚੀਜ਼ ਨੂੰ ਜਾਣਨ, ਵੱਧ ਤੋਂ ਵੱਧ ਮਤਲਬ ਆਪਣੇ ਬੱਚਿਆਂ ਨੂੰ ਪੜ੍ਹਾਉਣ, ਬੇਟੀਆਂ ਨੂੰ ਪੜ੍ਹਾਉਣ, ਅੱਗੇ ਲੈ ਕੇ ਆਉਣ ਸਮਾਜ ਦੇ ਵਿੱਚ। ਕਿਉਂਕਿ ਜੇ ਸਮਾਜ ਵਿੱਚ ਬੇਟੀ ਅੱਗੇ ਆਏਗੀ, ਕੁੜੀਆਂ ਅੱਗੇ ਆਉਣਗੀਆਂ, ਤਾਂ ਹੀ ਉਹਨਾਂ ਦਾ ਜਿਹੜਾ ਸੁਧਾਰ ਹੋ ਸਕਦਾ। ਕਿਉਂਕਿ ਸਰਕਾਰਾਂ ਤੋਂ ਜੇ ਅਸੀਂ ਉਮੀਦ ਕਰੀਏ ਤਾਂ ਸਰਕਾਰਾਂ ਤੋਂ ਆਪਾਂ ਨੂੰ ਕੋਈ ਉਮੀਦ ਨਹੀਂ ਕਿ ਕੋਈ ਅਜਿਹਾ ਕੰਮ ਕਰੇਗੀ। ਕਿਉਂਕਿ ਚਾਹੇ ਅੱਜ ਭਾਜਪਾ ਸਰਕਾਰਾਂ 'ਚ ਕੋਈ ਵੀ ਸਰਕਾਰ ਹੁੰਦੀ, ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਹੁੰਦਾ ਹੈ ਕਿ ਸਾਡੀ ਜਿਹੜੀ ਕੁਰਸੀ ਹੈ ਸੇਫ ਰਹਿਣੀ ਚਾਹੀਦੀ ਹੈ। ਉਹਦੇ ਲਈ ਉਹ ਕੁਛ ਨਾ, ਕਿਉਂਕਿ ਹੁਣ ਆਪਾਂ ਜਿੱਥੇ ਵੀ ਦੇਖਦੇ ਹਾਂ ਹੁਣ ਤੱਕ ਜਿੰਨੇ ਵੀ ਰੇਪ ਕੇਸਿਸ ਹੋਏ ਨੇ, ਉਹਦੇ ਵਿੱਚ ਆਪਾਂ ਬਹੁਤ ਸਾਰਾ ਤੇ ਦੇਖਿਆ ਕਿ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ 'ਤੇ ਵਿੱਚ ਭਾਜਪਾ ਸਰਕਾਰ ਦੇ ਮੈਂਬਰਸ ਜਿਹੜੇ ਉਹਨਾਂ ਦਾ ਹੀ ਹੱਥ ਰਿਹਾ, ਚਾਹੇ ਉਹ ਛੋਟੀ ਬੱਚੀ ਦਾ ਹੋ ਜੇ, ਚਾਹੇ ਜੰਮੂ ਕਸ਼ਮੀਰ ਵਿੱਚ ਹੋਏ, ਕਿਤੇ ਵੀ ਕੋਈ ਵੀ ਰੇਪ ਕੇਸ ਹੁੰਦਾ ਹੈ, ਉਹਦੇ ਵਿੱਚ ਸਾਨੂੰ ਲੀਡਰ ਜਾਂ ਉਹਨਾਂ ਦੇ ਨੁਮਾਇੰਦੇ ਜ਼ਿਆਦਾ ਵਿੱਚ ਦੇਖਣ ਨੂੰ ਮਿਲਦੇ ਆ, ਤੇ ਉਹਨਾਂ ਦੀ ਹਮਾਇਤ ਕਰਦੇ ਵੀ, ਸਰਕਾਰ ਖੁਦ ਉਹਨਾਂ ਦੀ ਹਮਾਇਤ ਕਰਦੀ ਵੀ ਸਾਨੂੰ ਨਜ਼ਰ ਆਉਂਦੀ ਹੈ। ਇਹਦਾ ਤਾਂ ਇੱਕੋ ਹੀ ਸਲਿਊਸ਼ਨ ਹੈ ਕਿ ਲੋਕ ਜਿਹੜੇ ਖੁਦ ਇਸ ਚੀਜ਼ ਲਈ ਜਾਗਰੂਕ ਹੋਣ, ਖੁਦ ਅੱਗੇ ਆਉਣ। ਕਿਉਂਕਿ ਜੇ ਸਰਕਾਰ ਅੱਜ ਭਾਜਪਾ ਦੀ ਹੈ, ਕੱਲ੍ਹ ਨੂੰ ਕੋਈ ਹੋਰ ਆਏਗੀ ਤਾਂ ਉਹਦਾ ਪੈਂਥ ਦਾ ਇਹੀ ਹੋਏਗਾ, ਬਸ ਰੂਪ ਬਦਲੇਗਾ ਸਰਕਾਰ ਦਾ, ਪਰ ਉਹਦੀ ਸੋਚ ਜਿਹੜੀ, ਉਹਦੀ ਮਾਨਸਿਕਤਾ, ਨੀਤੀਆਂ ਜਿਹੜੀਆਂ ਉਹ ਸਾਰੀਆਂ ਉਹੀ ਤੇ ਉਹੀ ਰਹਿਣਗੀਆਂ। ਤੁਸੀਂ ਸਰਕਾਰਾਂ ਦੀ ਗੱਲ ਕੀਤੀ, ਤੇ ਜੋ ਮੌਜੂਦਾ ਸਰਕਾਰਾਂ ਨੇ, ਚਾਹੇ ਸਿਆਸੀ ਪਾਰਟੀ ਨੇ, ਰਵਾਇਤੀ ਪਾਰਟੀ ਨੇ, ਹਾਕਮ ਨੇ, ਚਾਹੇ ਕਿ ਕੇਂਦਰ ਦੇ ਉੱਤੇ ਰਾਜ ਕਰ ਰਹੇ ਨੇ, ਜੋ ਤੁਹਾਡੇ ਉਸ ਬਾਰੇ ਕੀ ਪੁਆਇੰਟ ਆਫ ਵਿਊ ਨੇ? ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਪਰ ਸਰਕਾਰ ਕਿਸੇ ਰੌਂਚ 'ਚ ਨਹੀਂ ਹੈ ਕਿ ਹੱਲ ਕੱਢ ਸਕੇ ਇਸ ਅੰਦੋਲਨ ਦਾ। ਇੱਕ ਸਰਕਾਰਾਂ ਤੋਂ ਤਾਂ ਉਮੀਦ ਕਰਨੀ ਜਿਹੜੀ ਹੈ ਨਾ, ਉਹੀ ਬੇਕਾਰ ਹੁਣ ਤਾਂ ਲੱਗਦੀ ਹੈ। ਕਿਉਂਕਿ ਲੰਮੇ ਸਮੇਂ ਤੋਂ ਆਪਾਂ ਨੂੰ ਪਤਾ ਹੈ ਕਿ ਕਿਸਾਨ ਜਿਹੜੇ ਧਰਨੇ 'ਤੇ ਬੈਠੇ ਹੋਏ ਨੇ, ਲੰਮੇ ਸਮੇਂ ਤੋਂ ਆਪਣੀ ਮੰਗ ਵੀ ਕੋਈ ਬਹੁਤ ਵੱਡੀ ਨਹੀਂ ਕਿ ਜਿਹੜੀ ਹੱਲ ਨਹੀਂ ਹੋ ਸਕਦੀ ਹੈਗੀ। ਉਹਦੇ ਵਿੱਚ ਇਹ ਹੈ ਕਿ ਜਿਹੜੀ ਹੈਕੜ ਆ ਨਾ ਬੰਦੇ ਦੀ, ਸਰਕਾਰ ਜਿਹੜੀ ਹੈਕੜ ਜਦੋਂ ਅੱਗੇ ਆ ਜਾਂਦੀ ਹੈ ਨਾ, ਉਹ ਫਿਰ ਉਹ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ, ਉਹ ਉੱਥੇ ਦੀ ਉੱਥੇ ਰੋਕ ਕੇ ਰੱਖਦੀ ਹੈ। ਇਹੀ ਚੀਜ਼ ਸਰਕਾਰਾਂ ਦੀ ਵੀ ਹੈ ਕਿ ਉਹਨਾਂ ਦੀ ਹੁਣ ਹੈਕੜ ਆ ਜਿਹੜੀ ਕਿ ਉਹ ਉਹਨਾਂ ਨੂੰ ਕਿਸੇ ਬੰਨੇ ਲੱਗਣ ਨਹੀਂ ਦੇਣੀ। ਅਤੇ ਆਪਾਂ ਨੂੰ ਤਾਂ ਸਰਕਾਰਾਂ ਤੋਂ ਕੋਈ ਉਮੀਦ ਹੈ ਨਹੀਂ, ਕਿਉਂਕਿ ਸਰਕਾਰਾਂ ਜਿਹੜੀਆਂ ਹਮੇਸ਼ਾ ਆਪਣਾ ਪੱਖ ਪੂਰਦੀਆਂ ਰਹੀਆਂ। ਜੇ ਸਰਕਾਰ ਜਨਤਾ ਲਈ ਕੁਛ ਕਰਦੀ ਵੀ ਹੈ ਤਾਂ ਉਹਦੇ ਵਿੱਚ ਉਹਦਾ ਬਹੁਤ ਵੱਡਾ ਫਾਇਦਾ ਹੁੰਦਾ। ਸਿਰਫ ਜਨਤਾ ਦੇ ਵਿੱਚ 20 ਜਾਂ 30% ਫਾਇਦਾ ਹੁੰਦਾ, 90% ਜਾਂ 80% ਸਰਕਾਰ ਦਾ ਖੁਦ ਦਾ ਫਾਇਦਾ ਹੁੰਦਾ। ਕਿਉਂਕਿ ਆਪਾਂ ਦੇਖਦੇ ਹਾਂ ਕਿ ਨੇਤਾ ਜਿਹੜੇ ਕੱਲ੍ਹ ਨੂੰ ਕਿਸੇ ਯੋਗ ਨਹੀਂ ਹੁੰਦੇ, ਪਿੱਛੇ ਬੈਕਵਰਡ ਕਲਾਸ ਦੇ ਹੁੰਦੇ ਨੇ, ਬਹੁਤ ਗਰੀਬ ਹੁੰਦੇ ਨੇ, ਬਟ ਜਦੋਂ ਇਹ ਸੱਤਾ ਵਿੱਚ ਆਉਂਦੇ ਇੱਕਦਮ ਉਹਨਾਂ ਕੋਲ ਇੰਨਾ ਪੈਸਾ ਕਿੱਥੋਂ ਹੋ ਜਾਂਦਾ ਕਿ ਜਿਹੜੇ ਇੰਨੇ ਅਮੀਰ ਹੋ ਕੇ ਬਣ ਜਾਂਦੇ। ਕਿਉਂਕਿ ਆਮ ਜਨਤਾ ਤੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਅਧੀਨ ਹੀ ਰਹੀ ਹੈ, ਸਰਕਾਰ ਚੁਣਦੇ ਆ ਰਹੇ ਆ ਕਦੋਂ ਦੇ, ਪਰ ਆਮ ਜਨਤਾ ਤੇ ਉੱਥੋਂ ਦੀ ਉੱਥੇ ਗਰੀਬ ਆ, ਅਜੇ ਵੀ ਝੌਂਪੜੀਆਂ ਦੇ ਵਿੱਚ ਝੌਂਪੜੀਆਂ 'ਤੇ ਬੈਠੇ ਹੋਏ ਨੇ। ਜਿਹੜੇ ਝੌਂਪੜੀਆਂ ਜਿਹੜੇ ਜੇ ਦਲਿਤ ਨੇ ਉਹ ਅਜੇ ਵੀ ਦਲਿਤ ਨੇ। ਪਰ ਆਪਾਂ ਕੀ ਵੇਖਦੇ ਕਿ ਜਦੋਂ ਸਰਕਾਰ ਦੇ ਵਿੱਚ ਆਉਂਦਾ ਹੈ ਬੰਦਾ, ਪਹਿਲਾਂ ਉਹ ਜਮਾ ਬੈਕਗਰਾਊਂਡ ਉਹਦੀ ਵੀਕ ਹੁੰਦੀ ਹੈ, ਇਕਨੋਮਿਕਲ ਕੰਡੀਸ਼ਨ ਵੀਕ ਹੁੰਦੀ ਹੈ, ਲੇਕਿਨ ਸਰਕਾਰ ਵਿੱਚ ਆਉਂਦੇ ਹੀ ਉਹਦੀ ਇਕਨੋਮਿਕਲ ਕੰਡੀਸ਼ਨ ਬਿਲਕੁਲ ਵਧੀਆ ਹੋ ਜਾਂਦੀ ਹੈ। ਜਦ ਕਿ ਉਹ ਤਾਂ ਸੇਵਾ ਲਈ ਆਏ ਨਾ, ਦੇਸ਼ ਦੀ ਸੇਵਾ, ਲੋਕਾਂ ਦੀ ਸੇਵਾ ਲਈ ਆਏ, ਪਰ ਲੋਕ ਤਾਂ ਉੱਥੇ ਦੇ ਉੱਥੇ ਖੜੇ ਨੇ। ਫਿਰ ਉਹ ਇਹ ਤੋਂ ਤਾਂ ਸਾਫ਼ ਪਤਾ ਲੱਗ ਜਾਂਦਾ ਨਾ ਕਿ ਉਹ ਸੇਵਾ ਕਿਹਦੀ ਕਰ ਰਹੇ ਨੇ, ਆਪਣੀ ਕਰ ਰਹੇ ਨੇ। ਜੋ ਸਿਆਸੀ ਹਾਲਾਤ ਨੇ, ਖਾਸ ਕਰਕੇ ਹੁਣ ਪੰਜਾਬ ਦੇ, ਚਾਹੇ ਨਸ਼ੇ ਲੈ ਕੇ ਹੋ ਗਿਆ, ਕਿਸਾਨ ਖੁਦਕੁਸ਼ੀਆਂ ਹੋ ਗਿਆ, ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਹੋ ਗਿਆ, ਇਹਦਾ ਹੱਲ ਕੀ ਹੈ? ਇਹਨਾਂ ਦਾ ਮਤਲਬ ਇੱਕੋ ਹੱਲ ਹੈ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਇਹਦਾ ਇੱਕੋ ਹੱਲ ਹੈ ਕਿ ਜਿਹੜੇ ਲੋਕਾਂ ਆਪਣੇ ਮਤਲਬ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ। ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਉਹ ਸਾਡੇ ਬਹੁਤ ਫਾਇਦੇ ਕਰ ਰਹੀ ਹੈ, ਸਰਕਾਰ ਜਿਹੜੀ ਸਾਨੂੰ ਬਹੁਤ ਕੁਛ ਦੇ ਰਹੀ ਹੈ। ਉਹ ਸਿਰਫ ਛੋਟੇ ਜਿਹੇ ਮਤਲਬ ਸਰਕਾਰ ਦੇ ਜਿਹੜੇ ਲੋਲੀਪੋਪ ਜਿਹੜਾ ਉਹ ਦਿੰਦਾ, ਉਹਨੂੰ ਦੇਖ ਕੇ ਬਸ ਆਪਣਾ ਜਿਹੜਾ ਰੂਪ ਰੇਖਾ ਬਦਲ ਲੈਂਦੀ ਆ ਕਿ ਆਪਣੀ ਵੋਟ ਜਿਹੜੀ ਪਾ ਦਿੰਦੀ ਹੈ। ਪਰ ਮਤਲਬ ਇਹਦੇ ਵਿੱਚ ਇਹ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਇਸ ਚੀਜ਼ ਨੂੰ ਲੈ ਕੇ, ਆਪਣੇ ਵਿੱਚ ਚੇਤਨਾ ਲੈ ਕੇ ਆਉਣੀ ਪਏਗੀ ਕਿ ਵੀ ਜਿਹੜੇ ਸਾਡੇ ਕੀ ਹੱਕ ਨੇ, ਸਰਕਾਰ ਜਿਹੜੀ ਹੈ ਸਾਡੇ ਲਈ ਨਾਲ ਕਿੱਦਾਂ ਖੇਡ ਰਹੀ ਹੈ, ਮਤਲਬ ਕਿਸ ਤਰ੍ਹਾਂ ਉਹ ਪੈਂਤਰੇ ਅਪਣਾ ਰਹੀ ਹੈ। ਕਿਉਂਕਿ ਨੌਜਵਾਨਾਂ ਨੂੰ ਹੁਣ ਨਸ਼ੇ ਦੇ ਕੌਣ ਰਿਹਾ? ਸਰਕਾਰ ਦੇ ਰਹੀ ਹੈ। ਸਰਕਾਰ ਚਾਹੇ ਤਾਂ ਇੱਕ ਦਿਨ 'ਚ ਨਸ਼ੇ ਬੰਦ ਕਰ ਸਕਦੀ ਹੈ, ਪਰ ਨਹੀਂ, ਕਿਉਂਕਿ ਸਰਕਾਰ ਦੀ ਕਮਾਈ ਠੇਕਿਆਂ ਤੋਂ ਚੱਲ ਰਹੀ ਹੈ, ਸ਼ਰਾਬ ਤੋਂ ਚੱਲ, ਨਸ਼ਿਆਂ ਤੋਂ ਚੱਲ ਰਹੀ ਹੈ, ਤਾਂ ਜ਼ਾਹਿਰ ਸੀ ਗੱਲ ਹੈ ਕਿ ਉਹ ਉਹਨੂੰ ਬੰਦ ਨਹੀਂ ਕਰੇਗੀ।
ਤੇ ਇਹੀ ਇੱਕੋ ਹੈ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਜਿਹੜਾ ਸੁਚੇਤ ਕੀਤਾ ਜਾਣਾ ਚਾਹੀਦਾ, ਕੈਂਪ ਲੱਗਣੇ ਚਾਹੀਦੇ ਸਕੂਲ ਯੂਨੀਵਰਸਿਟੀਆਂ ਦੇ ਵਿੱਚ, ਜਿਹੜੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ। ਇੱਥੋਂ ਤੱਕ ਕਿ ਪਿੰਡ ਪਿੰਡ ਜਾ ਕੇ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਦੱਸਿਆ ਜਾਣਾ ਚਾਹੀਦਾ, ਸਰਕਾਰ ਦੀਆਂ ਨੀਤੀਆਂ ਦੇ ਪ੍ਰਤੀ ਦੱਸਿਆ ਜਾਣਾ ਚਾਹੀਦਾ ਕਿ ਜਿਹੜੇ ਸਰਕਾਰ ਨੀਤੀਆਂ ਲੈ ਕੇ ਆ ਰਹੀ ਹੈ ਉਹਦੇ ਵਿੱਚ ਸਰਕਾਰ ਦਾ ਕਿੰਨਾ ਫਾਇਦਾ ਹੈ ਤੇ ਆਮ ਜਨਤਾ ਦਾ ਕਿੰਨਾ ਫਾਇਦਾ। ਨੌਜਵਾਨਾਂ ਨੂੰ ਜਿਹੜੇ ਅੱਗੇ ਆ ਕੇ ਜਿਹੜਾ ਮਤਲਬ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ, ਆਪਣਾ ਜਿਹੜਾ ਬਣਦਾ ਯੋਗਦਾਨ ਦੇਣਾ ਚਾਹੀਦਾ। ਕਿਉਂਕਿ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਇੱਦਾਂ ਦੇ ਆ ਜਦੋਂ ਵੋਟਾਂ ਆਉਂਦੀਆਂ ਨੇ ਕੁਝ ਪੈਸਿਆਂ ਦੇ ਲਈ ਆਪਣੀ ਵੋਟ ਜਿਹੜੀ ਦੇ ਦਿੰਦੇ ਆ, ਕਿਉਂਕਿ ਉਹਨਾਂ 'ਚ ਜਾਗਰੂਕਤਾ ਨਹੀਂ ਹੈਗੀ। ਉਹਨਾਂ ਨੂੰ ਬਸ ਹੁੰਦਾ ਹੈ ਕਿ ਜਿਹੜੇ ਸਾਡੇ ਲਈ ਬਸ ਜਿਹੜੇ ਚੰਦ ਪੈਸੇ ਨੇ ਬਸ ਇਹੀ ਸਾਡਾ ਸਭ ਕੁਛ ਆ। ਕਿਉਂਕਿ ਜਿਹੜਾ ਵੋਟ ਦਾ ਜਦੋਂ ਅਧਿਕਾਰ ਮਿਲਿਆ ਸੀਗਾ, ਜਦੋਂ ਚੋਣਾਂ ਹੋਈਆਂ ਸੀ, ਉਹਦੇ ਵਿੱਚ ਇਹ ਰੱਖਿਆ ਗਿਆ ਸੀਗਾ ਕਿ ਜਿਹੜਾ ਤੁਹਾਨੂੰ ਪਸੰਦ, ਜਿਹੜਾ ਤੁਹਾਡੇ ਲਈ ਕੰਮ ਕਰਦਾ, ਤੁਸੀਂ ਉਹਨੂੰ ਵੋਟ ਪਾਓ। ਬਟ ਇਹ ਹੁਣ ਉਲਟ ਹੋ ਰਿਹਾ ਕਿ ਜਦੋਂ ਚੋਣਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਜਦੋਂ ਮੈਨੀਫੈਸਟੋ ਬਣਦੇ ਨੇ ਉਹਦੇ ਵਿੱਚ ਕਿੰਨਾ ਕੁਛ ਦਿੱਤਾ ਹੁੰਦਾ ਕਿ ਆਹ ਚੀਜ਼ਾਂ ਅਸੀਂ ਤੁਹਾਡੇ ਲਈ ਕਰਾਂਗੇ, ਲੇਕਿਨ 5 ਸਾਲਾਂ 'ਚੋਂ ਕੋਈ ਚੀਜ਼ ਪੂਰੀ ਨਹੀਂ ਹੁੰਦਾ, ਕੁਛ ਲਾਗੂ ਨਹੀਂ ਹੁੰਦਾ, ਬਸ ਉਹ ਲਿਖਤੀ ਕਾਰਵਾਈਆਂ ਰਹਿ ਜਾਂਦੀਆਂ ਨੇ। ਤੇ 2-3 ਦਿਨ ਪਹਿਲਾਂ ਉਹ ਸ਼ਰਾਬ ਦਿੰਦੇ ਨੇ, ਪੈਸੇ ਦਿੰਦੇ ਨੇ, ਭਰਮਾਉਂਦੇ ਨੇ ਤੇ ਵੋਟਾਂ ਲੈ ਕੇ ਆਪਣੀ ਸਰਕਾਰ ਬਣਾ ਲੈਂਦੇ ਨੇ, ਫਿਰ 5 ਸਾਲ ਵਿਹਲੇ ਬੈਠੇ ਰਹਿੰਦੇ ਨੇ। ਇਹਦਾ ਇੱਕੋ ਹੱਲ ਹੈ ਕਿ ਜਿਹੜੇ ਨੌਜਵਾਨ, ਖਾਸ ਕਰਕੇ ਨੌਜਵਾਨ ਜਿਹੜੇ ਆ ਉਹ ਅੱਗੇ ਵਧਣ, ਆਪਣੇ ਮਤਲਬ ਮਾਂ ਬਾਪ ਨੂੰ, ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਕੋਲ ਬੈਠਣ, ਉਹਨਾਂ ਦੇ ਨਾਲ ਗੱਲਬਾਤ ਰੱਖਣ, ਕਿਉਂਕਿ ਵਿਚਾਰ ਰੱਖਣਗੇ ਆਪਣੇ, ਫਿਰ ਹੀ ਜਿਹੜੇ ਸਾਰੇ ਸਮਝਣਗੇ। ਇਹ ਸਾਰਾ ਕੁਛ ਵਿਚਾਰਾਂ ਦੇ ਦੁਆਰਾ ਇਕੱਠੇ ਹੋ ਕੇ ਜਿਹੜਾ ਆ ਫਿਰ ਇਹ ਚੀਜ਼ਾਂ ਖਤਮ ਕੀਤੀਆਂ ਜਾ ਸਕਦੀਆਂ ਨੇ। ਇਹਦੇ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਆ। ਹਾਂਜੀ, ਤੁਸੀਂ ਕਿਹਾ ਕਿ ਵੀ ਅਵੇਅਰ ਹੋਣ ਦੀ ਲੋੜ ਹੈ, ਖਾਸ ਕਰਕੇ ਲਿਟਰੇਰੀ ਮਾਈਂਡ ਦੇ ਤੌਰ 'ਤੇ। ਜੇਕਰ ਉਸ ਪੱਧਰ 'ਤੇ ਅਵੇਅਰ ਹੋਵੇ ਤਾਂ ਜ਼ਿਆਦਾ ਬੰਦਾ ਸੋਚ ਸਕਦਾ, ਜ਼ਿਆਦਾ ਹੱਲ ਕੱਢ ਸਕਦਾ। ਅਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਜੀ ਸਾਡੇ ਨਾਲ ਜੁੜੇ। ਦਰਸ਼ਕੋ, ਸਿਆਸੀ ਹਾਲਾਤ ਤਾਂ ਪੰਜਾਬ ਦੇ ਵੀ ਖਰਾਬ ਨੇ ਅਤੇ ਹਿੰਦੁਸਤਾਨ ਦੇ ਵੀ ਖਰਾਬ ਨੇ। ਜੋ ਸਿਆਸੀ ਹਾਕਮ ਰਾਜ ਕਰ ਰਹੇ ਨੇ, ਜੋ ਹਾਕਮ ਸ਼੍ਰੇਣੀ ਹੈ, ਉਹਨਾਂ ਵੱਲੋਂ ਲੋਕਾਂ ਵੱਲੋਂ ਵੇਸਲੇ ਹੋ ਗਏ ਨੇ। ਉਹਨਾਂ ਨੂੰ ਆਪਣੀ ਲੋਕਾਂ ਦੇ ਪ੍ਰਤੀ ਕੋਈ ਨਾ ਚਿੰਤਾ ਹੋ ਕੇ ਹੱਲ ਕੱਢਣ, ਨਾ ਚਿੰਤਾ ਹੋ ਕੇ ਸਿਰਫ ਉਹ ਆਪਣੇ ਇਸ ਤੱਕ ਸਿਮਟ ਕੇ ਰਹਿ ਗਏ ਨੇ ਕਿ ਜੋ ਅਗਲੀਆਂ ਚੋਣਾਂ ਆਉਂਦੀਆਂ ਨੇ ਉਹਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਿਵੇਂ ਕਰੀ, ਅਤੇ ਲੋਕਾਂ ਨੂੰ ਮਰਨ ਹੀ ਛੱਡ ਦਿੰਦੇ ਨੇ। ਅਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸਿਆਸੀ ਆਗੂਆਂ ਵੱਲੋਂ, ਵੱਡੇ ਆਗੂਆਂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾਂਦੇ ਨੇ ਜੋ ਸਮਾਜ ਵਿਰੋਧੀ ਹੁੰਦੇ ਨੇ, ਜੋ ਅਤੇ ਉਹਨਾਂ 'ਤੇ ਕੋਈ ਬਣਦੀ ਕਾਰਵਾਈ ਵੀ ਨਹੀਂ ਹੁੰਦੀ। ਲਗਾਤਾਰ 'ਤੇ ਉਹ ਬਰੀ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ, ਜਿਵੇਂ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਖਾਸ ਤੌਰ 'ਤੇ ਕੁੜੀਆਂ ਦੇ ਸੰਬੰਧ ਵਿੱਚ ਬਿਆਨ ਦਿੱਤਾ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ।